ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਣੀਤ ਰੰਗਨ ਬਾਰਤਾ ਬੁੱਢੇ ਬਹੁ ਸੁਖ ਪਾਏ। ਇਹ ਅਸਵਾਰੀ ਗੁਰੂ ਕੀ ਅਜਮਤ ਜੁਤ ਦਰਸਾਏ। ਸੁਨੀਤ ਰੰਗਨ ਬਾਰਤਾ ਬੁੱਢੇ ਬਹੁ ਸੁਖ ਪਾਏ। ਇਹ ਅਸਵਾਰੀ ਗੁਰੂ ਕੀ ਅਜਮਤ ਜੁਤ ਦਰਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ
ਦਇਆ ਮਿਹਰਾਮਤਾਂ ਕੇ ਸਾਗਰ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ। ਕਰੁਣਾ ਨਿਧਾਨ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮਿਹਰਾਮਤ ਦੇ ਸਦਕਾ ਇਹ ਪਾਵਨ ਪਵਿੱਤਰ ਘੜੀਆਂ ਮਾਨਣੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਸਭ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਔਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੀ ਪਾਵਨ ਪਵਿੱਤਰ ਕੀਰਤੀ ਸੋਭਾ ਵਡਿਆਈ ਸਰਵਣ ਕਰਨ ਵਾਸਤੇ ਬੜੇ ਪ੍ਰੇਮ ਅਦਬ ਸਤਿਕਾਰ ਦੇ ਸਹਿਤ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਸਤ ਸੰਗਤ ਦੇ ਹਾਜ਼ਰੇ ਭਰ ਰਹੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪਾਂ ਪਿਛਲੇ ਦੀ ਬਾਣ ਵਿੱਚ ਵਿਚਾਰਿਆ ਸੁਣਿਆ ਹੈ। ਮਿਹਰਾਮਤਾਂ ਦੇ ਸਾਗਰ ਨਿਮਰਤਾ ਕੇ ਪੁੰਜ। ਧੰਨ 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 ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਗਰੀਬ ਨਵਾਜ ਮਿਹਰਾਮਤਾਂ ਦੇ ਸਾਗਰ ਜਿੱਥੇ ਹਨ ਉੱਥੇ ਨਿਮਰਤਾ ਦੇ ਵੀ ਸਿਖਰ ਹਨ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਵਡਿਆਈ ਖਾਲਸਾ ਜੀ ਸਿਖਰ ਦੁਪਹਿਰੇ ਦੇ ਸੂਰਜ ਵਰਗੀ ਹੈ। ਸੂਰਜ ਦੀਆਂ ਕਿਰਨਾਂ ਤੇਜ ਪ੍ਰਤਾਪ ਨੂੰ ਵੇਖ ਕੇ ਕਮਲ ਤਾਂ ਜਾਂਦਾ ਖਿੜ, ਔਰ ਜਿਵੇਂ ਅੰਮ੍ਰਿਤ ਵੇਲਾ ਸੂਰਜ ਚੜ੍ਹਨ ਤੇ ਪਹਿਲੇ ਹੀ ਹੋ ਜਾਂਦਾ। ਜਗਿਆਸੂ ਭਗਤੀ ਵਾਲੇ ਗੁਰਮੁਖਾਂ ਨੂੰ ਚਾਅ ਪੈਦਾ ਹੁੰਦਾ ਹੈ ਵੀ ਅੰਮ੍ਰਿਤ ਵੇਲਾ ਹੋਇਆ। ਜਾਂ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਦਰ ਸੁਣੀ ਪੁਕਾਰ। ਬਬੀਹਾ ਕੌਣ ਹੈ? ਉਹ ਗੁਰਸਿੱਖ ਹਨ। ਔਰ ਜਿੱਥੇ ਕਮਲ ਸੂਰਜ ਨੂੰ ਵੇਖ ਕੇ ਖਿੜਦਾ ਹੈ ਉੱਥੇ ਇਹ ਵੀ ਬਾਤ ਲੁਕੀ ਛੁਪੀ ਨਹੀਂ ਕਿ ਕੁਮੁਦਨੀਆਂ ਜਿਹੜੀਆਂ ਸੂਰਜ ਨੂੰ ਵੇਖ ਕੇ ਮੂੰਹ ਮੁੰਦ ਲੈਂਦੀਆਂ ਤੇ ਉੱਲੂਆਂ ਨੂੰ ਸੂਰਜ ਵੇਖਦਿਆਂ ਸਾਰ ਦਿਸਣਾ ਬੰਦ ਹੋ ਜਾਂਦਾ। ਜਿਹੜੇ ਕੋ ਸਾਧ ਸੰਗਤ ਜੀ ਗੁਰਮੁਖ ਹਨ, ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਕਰਦੇ ਪ੍ਰੇਮੀ, ਉਹ ਤਾਂ ਹੈਨ ਕਮਲ ਦੇ ਫੁੱਲ ਵਰਗੇ। ਗੁਰੂ ਅਮਰਦਾਸ ਜੀ ਮਹਾਰਾਜ ਸੂਰਜਵਤ ਹਨ। ਮਹਾਰਾਜ ਦਾ ਤੇਜ ਪ੍ਰਤਾਪ ਕਿਰਨਾਵਤ ਹੈ। ਵੇਖ ਵੇਖ ਕੇ ਸਿੱਖ ਦੂਣ ਸਵਾਏ ਹੁੰਦੇ ਆ ਜਿਵੇਂ ਕਮਲ ਦਾ ਫੁੱਲ ਖਿੜਦਾ। ਤੇ ਜਿਹੜੇ ਸਾਧ ਸੰਗਤ ਜੀ ਭਾਈ ਦਾਤੂ ਜੀ ਵਰਗੇ ਜਾਂ ਹੋਰ ਈਰਖਾਲੂ ਲੋਕ ਹੈ, ਗੁਰੂ ਘਰ ਤੋਂ ਈਰਖਾ ਕਰਨ ਵਾਲੇ, ਉਹ ਕੁਮੁਦਨੀਆਂ ਦੇ ਫੁੱਲ ਵਰਗੇ ਹੁੰਦੇ ਆ। ਕੁਮੁਦਨੀ ਦਾ ਫੁੱਲ ਜਿਵੇਂ ਸੂਰਜ ਨੂੰ ਵੇਖ ਕੇ ਦੂਜੇ ਪਾਸੇ ਮੂੰਹ ਕਰ ਲੈਂਦਾ ਤੇ ਮੂੰਹ ਵੀ ਬੰਦ ਕਰ ਲੈਂਦਾ, ਰਾਤ ਨੂੰ ਖਿੜਦਾ। ਜਦੋਂ ਸੂਰਜ ਚੜ੍ਹਨ ਲੱਗਦਾ ਉਦੋਂ ਹੀ ਉਹ ਮੁੰਦਿਆ ਜਾਂਦਾ ਹੈ। ਜਿਹੜੇ ਬੇਮੁਖ ਲੋਕ ਈਰਖਾਲੂ ਹੁੰਦੇ ਆ ਉਹਨਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਦੀ ਸੋਭਾ ਚੰਗੀ ਨਹੀਂ ਲੱਗਦੀ। ਤੇ ਜਿਹੜੇ ਨਿੰਦਕ ਹੁੰਦੇ ਉਹ ਹੁੰਦੇ ਉੱਲੂ ਵਰਗੇ। ਸੂਰਜ ਚੜ੍ਹਨ ਤੇ ਉੱਲੂ ਨੂੰ ਜਿਵੇਂ ਦਿਸਣਾ ਬੰਦ ਹੋ ਜਾਂਦਾ, ਅੰਨੇ ਹੋ ਜਾਂਦੇ ਹਨ। ਨਿੰਦਕ ਬੇਮੁਖ ਸਾਧ ਸੰਗਤ ਜੀ ਉੱਲੂ ਵਰਗੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਸੂਰਜ ਵਰਗਾ ਪ੍ਰਤਾਪ ਵੇਖ ਕੇ ਉਹ ਗਿਆਨ ਵਿਰਾਗ ਦੇ ਨੇਤਰਾਂ ਤੋਂ ਹੀਣੇ ਹੋ ਜਾਂਦੇ।
ਤੋ ਇਹੋ ਜਿਹੀ ਮਹਾਰਾਜ ਦੇ ਪ੍ਰਤਾਪ ਤੋਂ ਈਰਖਾ ਰੱਖਣ ਵਾਲੇ ਭਾਈ ਦਾਤੂ ਜੀ ਆਪਦੇ ਮਿੱਤਰਾਂ ਦੀ ਚੁੱਕ ਵਿੱਚ ਆ ਕਰਕੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਸਥਾਨ ਗੋਇੰਦਵਾਲ ਪਹੁੰਚੇ ਤੇ ਮਹਾਰਾਜ ਨੂੰ ਲੱਤ ਮਾਰੀ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫੇਰ ਵੀ ਨਿਮਰਤਾ ਵਿਖਾਈ ਤੇ ਭਾਈ ਦਾਤੂ ਜੀ ਨੂੰ ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਉਹਨਾਂ ਦੇ ਚਰਨ ਪਕੜੇ। ਪਰ ਗੁਰੂ ਅਮਰਦਾਸ ਜੀ ਮਹਾਰਾਜ ਕਲੇਸ਼ ਝਗੜੇ ਤੋਂ ਨਿਰਲੇਪ ਰਹਿਣਾ ਚਾਹੁੰਦੇ ਆ ਕਿ ਇਹ ਸਾਰਾ ਦਾਤੂ ਜੀ ਈਰਖਾ ਤਾਂ ਹੀ ਕਰਦੇ ਆ ਨਾ ਵੀ ਅਸੀਂ ਸਿੰਘਾਸਣ ਤੇ ਬਿਰਾਜਮਾਨ ਹਾਂ, ਸੰਗਤਾਂ ਮੱਥੇ ਟੇਕਦੀਆਂ, ਇੱਥੇ ਕਾਰ ਭੇਟ ਆਉਂਦੀ ਆ, ਰੌਣਕ ਮੇਲਾ ਰਹਿੰਦਾ। ਗੋਇੰਦਵਾਲ ਦੇ ਸਥਾਨ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਿਚਾਰ ਕਰਕੇ ਤੇ ਗੋਇੰਦਵਾਲ ਸਾਹਿਬ ਦਾ ਪਾਵਨ ਸਥਾਨ ਛੱਡ ਕੇ ਆਪਣੇ ਨਗਰ ਦੇ ਬਾਹਰ ਜਿੱਥੇ ਮਹਾਰਾਜ ਦੀ ਕੋਈ ਜ਼ਮੀਨ ਸੀ ਉੱਥੇ ਪਾਏ ਹੋਏ ਮੱਟ ਕੱਚੇ ਕਮਰੇ ਵਿੱਚ ਜਾ ਵੜੇ। ਚੜਾਈ ਕਰਕੇ ਦਰਵਾਜ਼ਾ ਬੰਦ ਕੀਤਾ। ਉਹਦੇ ਦਰਵਾਜ਼ੇ ਤੇ ਲਿਖ ਕੇ ਇਹ ਲਾਇਆ ਵੀ ਜਿਹੜਾ ਇਹਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਸ ਦੇ ਗੁਰੂ ਨਹੀਂ। ਇਧਰ ਭਾਈ ਦਾਤੂ ਜੀ ਵੇਖਿਆ ਵੀ ਜਦੋਂ ਮਹਾਰਾਜ ਚਲੇ ਗਏ ਅੱਧੀ ਕੁ ਰਾਤ ਨੂੰ ਤੜਕੇ ਬਹੁਤ ਖੁਸ਼ ਹੁੰਦੇ ਆ। ਜਿੰਨਾ ਕੁ ਮਹਾਰਾਜ ਦਾ ਉੱਥੇ ਸਮਾਨ ਸੀਗਾ ਦੱਸਦੇ ਲੰਗਰ ਦੇ ਭਾਂਡੇ ਵੀ ਭਾਈ ਦਾਤੂ ਜੀ ਲੈ ਗਏ ਸੀ, ਜਾਂ ਕੋ ਮਹਿੰਗੀਆਂ ਵਸਤਾਂ ਵੀ ਕਹਿੰਦੇ ਖੱਚਰ ਤੇ ਲੱਦ ਕੇ। ਜਦੋਂ ਸ਼ਾਮ ਜੀ ਹੋਈ ਤੇ ਭਾਈ ਦਾਤੂ ਜੀ ਤੁਰੇ, ਨਾਲ 5-7 ਆਪਦੇ ਚੇਲੇ ਸੇਵਕ ਹਨ। ਪਰਮੇਸ਼ਰ ਨੇ ਇਸ ਨੂੰ ਇਹਦੀ ਕਰਨੀ ਦਾ ਫਲ ਭੁਗਤਾਇਆ। ਰਸਤੇ ਵਿੱਚ ਚੋਰ ਪਏ, ਜਿਹੜੇ ਉਹ ਨਾਲ ਦੇ ਖਾਣ ਪੀਣ ਵਾਲੇ ਸੇਵਕ ਸੀ, ਚੁੱਕ ਦੇਣ ਵਾਲੇ, ਉਹ ਤਾਂ ਦੌੜ ਗਏ ਤੇ ਭਾਈ ਦਾਤੂ ਜੀਆਂ ਤੋਂ ਸਾਰੀ ਲੁੱਟ ਖੋਹ ਕੀਤੀ, ਸਾਰਾ ਸਮਾਨ ਲੈ ਲਿਆ। ਖਾਲੀ ਖਡੂਰ ਸਾਹਿਬ ਪਹੁੰਚੇ ਤੇ ਜਿਹੜੀ ਲੱਤ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਾਰੀ ਸੀ ਉਹਦੇ ਵਿੱਚ ਬਹੁਤ ਭੈੜੀ ਫਿਰ ਪੀੜ ਛਿੜਦੀ ਹੈ। ਬੜੇ ਵਿਆਕੁਲ ਹੁੰਦੇ ਹਨ, ਦੁਖੀ ਹੁੰਦੇ। ਤੋ ਇਧਰ ਸੰਗਤਾਂ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੁਬਾਰਾ ਸਾਹਿਬ ਦੇ ਸਥਾਨ ਤੇ ਜਾਂਦੀਆਂ। ਉੱਥੇ ਗੁਰੂ ਅਮਰਦਾਸ ਜੀ ਮਹਾਰਾਜ ਦਿਸਦੇ ਨਹੀਂ। ਸੰਗਤਾਂ ਬਹੁਤ ਦੁਖੀ ਹੁੰਦੀਆਂ ਹਨ। ਬੜਾ ਇਕੱਠ ਹੋ ਚੁੱਕਾ ਹੈ ਗੋਇੰਦਵਾਲ ਸਾਹਿਬ। ਇੱਕ ਦੂਜੇ ਨਾਲ ਸਲਾਹਾਂ ਕਰਦੇ ਆ ਵੀ ਗੁਰੂ ਅਮਰਦਾਸ ਜੀ ਮਹਾਰਾਜ ਕੀ ਹੈ ਦਾਤੂ ਦੀ ਈਰਖਾ ਤੋਂ ਜੰਗਲ ਵਿੱਚ ਚਲੇ ਗਏ ਹੋਣ। ਕੁਝ ਕੁ ਸਿੱਖ ਕਹਿੰਦੇ ਨਹੀਂ, ਮਹਾਰਾਜ ਸਣ ਦੇ ਹੀ ਸੱਚਖੰਡ ਚਲੇ ਗਏ ਹੋਣੇ ਆ, ਨਹੀਂ ਤਾਂ ਇੱਥੇ ਨਾ ਹੁੰਦੇ। ਕੁਝ ਕਹਿੰਦੇ ਨਹੀਂ ਸੱਚਖੰਡ ਨਹੀਂ ਗਏ ਹੋਣੇ, ਮਹਾਰਾਜ ਕਿਸੇ ਪਤਾਲ ਵਿੱਚ ਜਾਂ ਕਿਹੜਾ ਸੰਗਤ ਥੋੜੀ ਮਹਾਰਾਜ ਦੀ, ਸਾਰੇ ਪਾਸੇ ਹੀ ਸੰਗਤ ਹੈ ਨਾ, ਕਿਤੇ ਨਾ ਕਿਤੇ ਚਲੇ ਗਏ ਹੋਣੇ। ਵੱਡੇ ਭਾਗਾਂ ਵਾਲੇ ਸਿੱਖਾਂ ਨੂੰ ਦਰਸ਼ਨ ਦੇਣ ਵਾਸਤੇ ਕੀ ਆ ਹੋਰ ਦੇਸ਼ ਚਲੇ ਗਏ ਹੋਣ। ਫਿਰ ਸਾਰਿਆਂ ਸਿਆਣਿਆਂ ਵਿਚਾਰ ਕੀਤੀ ਵੀ ਆਪਣੀ ਮੱਤ ਤਾਂ ਇੰਨੀ ਕੁ ਹੈ, ਟੇਵੇ ਲਾ ਸਕਦੇ, ਪਰ ਨਿਰਣਾ ਕਰਕੇ ਕੋਈ ਨਹੀਂ ਦੱਸ ਸਕਦਾ ਵੀ ਗੁਰੂ ਅਮਰਦਾਸ ਜੀ ਮਹਾਰਾਜ ਵਾਸਤਵ ਵਿੱਚ ਕਿੱਥੇ ਹਨ। ਇਹ ਵਿਚਾਰ ਕਰਕੇ ਸਾਰੀਆਂ ਸੰਗਤਾਂ ਸਿੱਖੀ ਦੀ ਹੱਦ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਪਹੁੰਚੇ, ਬੇਨਤੀ ਕੀਤੀ। ਬਾਬਾ ਜੀ ਕਹਿੰਦੇ ਉਦੋਂ ਕੱਥੂ ਨੰਗਲ ਆਏ ਹੋਏ ਸੀ। ਪ੍ਰਸ਼ਾਦ ਭੇਟਾ ਕਰ ਬੇਨਤੀ ਕੀਤੀ ਕਿ ਬਾਬਾ ਜੀ ਆਪ ਕਰੋ ਕਿਰਪਾ, ਸਤਿਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਵਾਓ। ਤਾਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਆਖਿਆ ਕਿ ਸਿੱਖ ਇੱਕ ਦੀ ਸੇਵਾ ਕਰੀਏ ਤੇ ਉਹਦਾ ਫਲ ਬਹੁਤ ਹੈ, ਤੇ ਜਿਹੜੀ ਸੰਗਤ ਦੀ ਸੇਵਾ ਕਰੀਏ ਉਹਦਾ ਕਿੰਨਾ ਫਲ ਹੋਵੇਗਾ ਦੱਸਿਆ ਨਹੀਂ ਜਾ ਸਕਦਾ। ਇਸ ਕਰਕੇ ਭਾਈ ਅਸੀਂ ਤੁਹਾਡੀ ਸਹਾਇਤਾ ਕਰਦੇ ਹਾਂ। ਸਮਾਧੀ ਲਾਈ 1 ਘੜੀ। ਔਰ ਗੁਰੂ ਅਮਰਦਾਸ ਜੀ ਮਹਾਰਾਜ ਕੀ ਵੇਖਿਆ ਵੀ ਸਤਿਗੁਰੂ ਜੀ ਆਪਣੇ ਬਾਸਰ ਕੇ ਨਗਰ ਵਿੱਚ ਕੱਚੇ ਮੱਟ ਗਵਾਲਿਆਂ ਦੇ ਕੋਠੇ ਵਿੱਚ ਸਮਾਧੀ ਲੀਨ ਹਨ। ਬਾਬਾ ਬੁੱਢਾ ਸਾਹਿਬ ਜੀ ਸਿਆਣੇ ਆ, ਇਹਨਾਂ ਆਖਿਆ ਵੀ ਜੇ ਤਾਂ ਅਸੀਂ ਸਿੱਧਾ ਹੀ ਦੱਸ ਦਿੱਤਾ ਤੇ ਇਹ ਸਾਨੂੰ ਵਡਿਆਈ ਦੇਣਗੇ,
ਪਰ ਵਡਿਆਈ ਤਾਂ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਹੈ ਨਾ, ਸਾਡੇ ਵਿੱਚ ਵੀ ਉਹੀ ਵਰਤ ਰਹੀ ਹੈ। ਵਿਧੀ ਜੀ ਬਣਾ ਕੇ ਕਹਿੰਦੇ ਚੱਲੋ ਗੋਇੰਦਵਾਲ ਸਾਹਿਬ ਚੱਲੀਏ, ਜਿੱਥੋਂ ਗੁਰੂ ਜੀ ਗਏ ਆ। ਉੱਥੇ ਗਏ, ਚੁਬਾਰਾ ਸਾਹਿਬ ਦੇ ਸਥਾਨ ਤੇ ਵੀ ਦਰਸ਼ਨ ਕੀਤੇ। ਫਿਰ ਸੰਗਤਾਂ ਨੂੰ ਆਖਿਆ, ਭਾਈ ਸਾਰੀ ਗੱਲ ਦੱਸੋ ਵੀ ਕੀ ਹੋਈ ਹੈ। ਸੰਗਤਾਂ ਉਹ ਦੱਸਿਆ ਜਥਾ ਘਟਨਾ ਵਾਪਰੀ ਕਿ ਭਾਈ ਦਾਤੂ ਜੀ ਆਏ ਸੀ, ਗੁਰੂ ਅੰਗਦ ਪਾਤਸ਼ਾਹ ਦੇ ਸਾਹਿਬਜ਼ਾਦੇ। ਉਹਨਾਂ ਈਰਖਾ ਦੇ ਸੜਿਆਂ ਨੇ ਮਹਾਰਾਜ ਨੂੰ ਲੱਤ ਕੱਢ ਮਾਰੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਉਹ ਸਾਰਾ ਸਥਾਨ ਸਭ ਵਸਦਾ ਛੱਡ ਕੇ ਤੇ ਇੱਥੋਂ ਚਲੇ ਗਏ ਰਾਤ ਨੂੰ। ਕਿਸੇ ਨੂੰ ਕੋਈ ਪਤਾ ਨਹੀਂ ਵੀ ਗੁਰੂ ਅਮਰਦਾਸ ਜੀ ਮਹਾਰਾਜ ਕਿੱਧਰ ਨੂੰ ਗਏ, ਕਦੋਂ ਗਏ ਤੇ ਕਿੱਥੇ ਹਨ। ਆ ਇੱਕ ਘੋੜੀ ਛੱਡ ਗਿਆ ਭਾਈ ਦਾਤੂ ਗੁਰੂ ਅਮਰਦਾਸ ਜੀ ਮਹਾਰਾਜ ਦੀ। ਚਾਹੁੰਦਾ ਸੀ ਲਿਜਾਣੀ, ਪਰ ਇਹਨੇ ਸਵਾਰ ਨਹੀਂ ਹੋਣ ਦਿੱਤਾ, ਹੇਠਾਂ ਡੇਗ ਦਿੰਦੀ ਹੈ, ਬੜੀ ਚੰਚਲ ਹੈ। ਬਾਬਾ ਬੁੱਢਾ ਸਾਹਿਬ ਜੀ ਹੁਣ ਲੱਭਦੇ ਸੀ ਕੋਈ ਜੁਗਤੀ ਵੀ ਜਿਹਦੇ ਨਾਲ ਮਹਾਰਾਜ ਨੂੰ ਪ੍ਰਗਟ ਕਰੀਏ। ਉਹ ਲੱਭ ਪਈ ਹੈ ਆ ਘੋੜੀ ਮਹਾਰਾਜ ਦੀ ਪਿਆਰੀ। ਗੁਰੂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤਾਂ ਮਹਾਰਾਜ ਦੀ ਬੜੀ ਪਿਆਰੀ ਪਈ ਘੋੜੀ ਹੈ। ਉਹਦੇ ਦਰਸ਼ਨ ਕੀਤੇ। ਔਰ ਇੱਥੋਂ ਤੀਕਰ ਪ੍ਰਸੰਗ ਆਪਾਂ ਸ਼ਰਵਣ ਕੀਤਾ ਕੱਲ। ਅੱਗੇ ਜਿਸ ਪ੍ਰਕਾਰ ਉਹ ਘੋੜੀ ਦੇ ਰਾਹੀਂ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਅਮਰਦੇਵ ਜੀ ਮਹਾਰਾਜ ਨੂੰ ਪ੍ਰਗਟ ਪ੍ਰਤੱਖ ਕਰਦੇ ਹੈ, ਮਹਾਰਾਜ ਦਾ ਬਚਨ ਵੀ ਪਾਲਦੇ ਆ ਤੇ ਸਿੱਖਾਂ ਨੂੰ ਦਰਸ਼ਨ ਵੀ ਕਰਵਾਉਂਦੇ ਆ। ਉਹ ਪ੍ਰਸੰਗ ਅੱਗੇ ਆ ਰਿਹਾ ਹੈ। ਮਨ ਚਿਤ ਬਿਰਤੀਆਂ ਕਾਗਰ ਕਰੋ, ਸਾਰੀ ਸੰਗਤ ਰਸਨਾ ਕਰੋ ਜੀ ਪਵਿੱਤਰ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣੀਤ ਰੰਗਨ ਬਾਰਤਾ। ਕਵੀ ਜੀ ਅੱਗੇ ਦੱਸ ਰਹੇ ਹਨ, ਰਾਸ ਪਹਿਲੀ ਦੇ 36 ਅੰਸੂ ਦੇ ਅੰਦਰ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਬਾਬਤ ਜਦੋਂ ਸਾਰੀ ਘੋੜੀ ਛੱਡ ਜਾਣ ਦੀ, ਭਾਈ ਦਾਤੂ ਦੇ ਇੱਥੇ ਲੁੱਟ ਕਰਨ ਦੀ ਸਾਰੀ ਵਾਰਤਾ ਸਿੱਖਾਂ ਪਾਸੋਂ ਬਾਬਾ ਬੁੱਢਾ ਸਾਹਿਬ ਜੀ ਸੁਣੀ ਹੈ। ਬੁੱਢੇ ਬਹੁ ਸੁਖ ਪਾਏ ਤੇ ਸਤਿਪੁਰਖਾਂ ਮਹਾਂਪੁਰਸ਼ ਬੜੇ ਖੁਸ਼ ਹੋਏ, ਸੁਖ ਪ੍ਰਾਪਤ ਹੋਇਆ ਹੈ। ਇਹ ਅਸਵਾਰੀ ਗੁਰੂ ਕੀ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੰਗਤ ਜੀ ਇਹ ਤਾਂ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੀ ਅਸਵਾਰੀ ਵਾਲੀ ਘੋੜੀ ਹੈ ਜੋ ਅਜਮਤ ਜੁਤ ਦਰਸਾਏ। ਤੇ ਇਹ ਤਾਂ ਅਜਮਤ ਸ਼ਕਤੀਆਂ ਦੇ ਸਹਿਤ ਦਰਸਾਏ ਦਿਸ ਰਹੀ ਹੈ। ਇਹ ਸ਼ਕਤੀਆਂ ਦੇ ਸਹਿਤ ਹੈ, ਪਾਵਨ ਪਵਿੱਤਰ ਘੋੜੀ ਮਹਾਰਾਜ ਦੀ। ਚਾਪਈ ਗੁਰ ਬਿਨ ਨਹੀਂ ਅਰੂਢਣ ਦੇਤ। ਕਿਉਂਕਿ ਵੇਖੋ ਕਿੱਡੀ ਸਿਆਣੀ ਹੈ ਵੀ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਨੂੰ ਜਾਂ ਦਾਤੂ ਜੀ ਨੂੰ ਇਸ ਘੋੜੀ ਨੇ ਆਪਦੇ ਉੱਪਰ ਸਵਾਰ ਨਹੀਂ ਹੋਣ ਦਿੱਤਾ ਹੈ। ਜਾਂ ਤੇ ਸੋ ਤਜ ਗਇਓ ਨਿਕੇਤ। ਇਸ ਕਰਕੇ ਦਾਤੂ ਜੀ ਇਹ ਘੋੜੀ ਨੂੰ ਛੱਡ ਕੇ ਖਡੂਰ ਸਾਹਿਬ ਵਾਪਸ ਮੁੜ ਗਏ ਆ। ਅਬ ਇਸ ਕੋ ਕੀ ਜਹ ਸ਼ਿੰਗਾਰ। ਤੇ ਸਾਧ ਸੰਗਤ ਜੀ ਹੁਣ ਆਪ ਸਾਰੀਆਂ ਸੰਗਤਾਂ ਘੋੜੀ ਦਾ ਸੋਹਣਾ ਹਾਰ ਸ਼ਿੰਗਾਰ ਕਰਨਾ ਕਰੋ, ਇਹਨੂੰ ਸੋਹਣੀ ਸ਼ਿੰਗਾਰੋ। ਪ੍ਰਥਮ ਇਸ਼ਨਾਨਾ ਸੁੰਦਰ ਬਾਰ। ਤੇ ਇਸ਼ਨਾਨਣ ਤੋਂ ਆਪਣਾ ਸ਼ਿੰਗਾਰਨ ਤੋਂ ਪਹਿਲੇ ਇਹਦਾ ਸੋਹਣਾ ਪਾਣੀ ਜਲ ਪਵਿੱਤਰ ਨਾਲ ਇਸ਼ਨਾਨ ਕਰਵਾਇਆ ਜਾਵੇ। ਧੂਪ ਦੀਪ ਚੰਦਨ ਚਰਵਾ ਵਹਾ। ਕਿਉਂਕਿ ਸਤਿਗੁਰਾਂ ਦੇ ਸਵਾਰੀ ਵਾਲਾ ਇਹ ਘੋੜੀ ਸਾਧਨ ਹੈ, ਜਿਸ ਕਰਕੇ ਇਹਨੂੰ ਧੂਪ ਦਿਓ, ਇਹਨੂੰ ਚੰਦਨ ਛਿੜਕੋ, ਇਹਨੂੰ ਮਹਿਕਦਾਰ ਕਰ ਦੇਵੋ। ਫੂਲ ਵਿਸ਼ਾਲ ਮਾਲ ਪਹਿਰਾਵਾ। ਹਰ ਸੋਹਣੀਆਂ ਵੱਡੇ ਫੁੱਲਾਂ ਦੀਆਂ ਵੱਡੀਆਂ ਮਾਲਾ ਇਸ ਘੋੜੀ ਦੇ ਉੱਪਰ ਲਾਓ, ਇਹਨੂੰ ਸ਼ਿੰਗਾਰੋ, ਇਹਦੇ ਗਲ ਪਾਉਣਾ ਕਰੋ। ਪਾਏ ਬਸਤਨੀ ਸੁੰਦਰ ਜੀਨ। ਤੇ ਇਹਦੇ ਕਾਠੀ ਦੇ ਹੇਠ ਵਿਛਾਉਣ ਵਾਲਾ ਕੱਪੜਾ ਜਿਹੜਾ ਹੁੰਦਾ ਉਹ ਬਸਤਨੀ, ਉਹ ਕੱਪੜਾ ਰੱਖੋ ਤੇ ਇਹਦੇ ਉੱਪਰ ਸੋਹਣੀ ਕਾਠੀ ਸਜਾਈ ਜਾਵੇ। ਕਵੇ ਕਾ ਦੇਹੋ ਮੁਹਾਰ ਨਵੀਨ। ਤੇ ਇਹਦੇ ਮੁਖ ਵਿੱਚ ਘੜਿਆਲ ਦੇ ਕਰਕੇ ਜਿਹੜਾ ਉਹ ਦਿੰਦੇ ਵਾ ਕੰਡਿਆਲ, ਉਹ ਦਿਓ ਤੇ ਸੋਹਣੀਆਂ ਲਗਾਮਾਂ ਪਾ ਦੇਵੋ। ਸੰਗਤ ਕਰਹਿ ਬੇਨਤੀ ਸਾਰੀ। ਇਉਂ ਫਿਰ ਸਾਰੀ ਸੰਗਤ ਇਸ ਘੋੜੀ ਦੇ ਅੱਗੇ ਆਪਾਂ ਬੇਨਤੀ ਕਰੀਏ। ਛੋਰ ਦੇਹੋ ਇਹੋ ਚੱਲਹਿ ਅਗਾਰੀ। ਤੇ ਬੇਨਤੀ ਕਰਕੇ ਇਹਨੂੰ ਛੱਡ ਦਿੰਨੇ ਆ ਤੇ ਅੱਗੇ ਜਾਵੇਗੀ। ਸੰਗ ਸੰਗਤਾਂ ਗਮਨ ਹੈ ਪਾਛੇ। ਤੇ ਇਹਦੇ ਪਿੱਛੇ ਪਿੱਛੇ ਆਪਾਂ ਸਾਰੀ ਸੰਗਤ ਜਾਵਾਂਗੇ। ਗੁਰ ਕੋ ਖੋਜ ਲੇਹ ਇਹੋ ਆਛੇ। ਕਿਉਂਕਿ ਸਤਿਗੁਰਾਂ ਦੀ ਅੱਛੀ ਘੋੜੀ ਹੈ, ਮਹਾਰਾਜ ਸਵਾਰੀ ਕਰਦੇ, ਇਸ ਕਰਕੇ ਇਹਨੂੰ ਵੀ ਗਿਆਨ ਹੈ।
ਤੇ ਇਹੀ ਆਪਾਂ ਨੂੰ ਜਿਹੜੀ ਰਾਹ ਦੱਸੇਗੀ, ਇਹੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਖੋਜ ਲਵੇਗੀ। ਬ੍ਰਿਧ ਕੋ ਬਾਕ ਮਾਨ ਸਭ ਲੀਨਾ। ਇਸੇ ਤਰ੍ਹਾਂ ਹੀ ਹੋਇਆ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਬਚਨ ਸਾਰੀਆਂ ਸੰਗਤਾਂ ਮੰਨ ਕੇ ਸਭ ਸ਼ਿੰਗਾਰ ਸ਼ਿੰਗਾਰਨ ਕੀਨਾ। ਤੇ ਉਹ ਘੋੜੀ ਨੂੰ ਸੋਹਣਾ ਸ਼ਿੰਗਾਰ ਲਾਇਆ ਹੈ। ਚੰਗੇ ਉਹ ਜਿਵੇਂ ਜਥਾ ਪੈਰਾਂ ਵਿੱਚ ਉਹ ਛੈਣੇ ਜੇ ਪਾਉਂਦੇ ਹੁੰਦੇ ਆ, ਉਹ ਪਾਈਆਂ ਸੋਹਣੀਆਂ ਲਗਾਮਾਂ, ਸੋਹਣੇ ਵਸਤਰ ਹਾਰ ਪਹਿਨਾਏ ਹਨ। ਗਈ ਛੋਰ ਪਰ ਬਹਿਰ ਤੁਰੰਗਨ। ਇਹਦੇ ਅੱਗੇ ਬੇਨਤੀ ਕੀਤੀ ਸਾਰੀਆਂ ਸੰਗਤਾਂ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਇਹ ਅਸਵਾਰੀ ਵਾਲੀ ਘੋੜੀ, ਤੈਨੂੰ ਵੀ ਤਿੰਨਾਂ ਲੋਕਾਂ ਦਾ ਗਿਆਨ ਹੈ, ਕਿਉਂਕਿ ਤਰਲੋਕੀ ਦੇ ਮਾਲਕ ਗੁਰੂ ਅਮਰਦਾਸ ਜੀ ਮਹਾਰਾਜ ਤੇਰੀ ਅਸਵਾਰੀ ਕਰਦੇ। ਸਾਨੂੰ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਵਾਵੋ। ਬੇਨਤੀਆਂ ਕਰ ਸੰਗਤ ਨੇ ਇਸ ਘੋੜੀ ਨੂੰ ਛੱਡ ਦਿੱਤਾ ਹੈ। ਬਹੁ ਸੁੰਦਰ ਜੋ ਸਗਰੇ ਅੰਗਨ। ਇਹਦੇ ਜਿਹੜੇ ਸਾਰੇ ਅੰਗਾਂ ਕਰਕੇ ਘੋੜੀ ਬਹੁਤ ਸੋਹਣੀ ਫੱਬਦੀ ਹੈ, ਸੁੰਦਰ ਹੈ। ਸਨੇ ਸਨੇ ਚਲ ਸਹਿਜ ਸੁਭਾਏ। ਘੋੜੀ ਹੌਲੀ ਹੌਲੀ ਸੁਤੇ ਸਿੱਧ ਹੀ ਚੱਲ ਰਹੀ, ਚੱਲਦੀ ਚੱਲਦੀ। ਪੀਛੇ ਸਗਰੀ ਸੰਗਤ ਜਾਏ। ਤੇ ਘੋੜੀ ਦੇ ਪਿੱਛੇ ਪਿੱਛੇ ਸਾਰੀ ਸੰਗਤ ਤੁਰੀ ਜਾ ਰਹੀ ਹੈ। ਬੁੱਢੇ ਆਦਿਕ ਸਿੱਖ ਸਮੁਦਾਏ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਬਿਨਾਂ ਸਾਰੀਆਂ ਸਿੱਖ ਸੰਗਤਾਂ, ਭਾਵ ਧੰਨ ਬਾਬਾ ਬੁੱਢਾ ਸਾਹਿਬ ਜੀ ਸਮੇਤ ਵਾਹਿਗੁਰੂ, ਇਹਨਾਂ ਸਮੇਤ ਜਿੰਨੀਆਂ ਸਾਰੀਆਂ ਸੰਗਤਾਂ ਹਨ। ਅਵਲੋਕ ਬੜਬਾ ਬਿਸਮਾਏ। ਤੇ ਘੋੜੀ ਨੂੰ ਵੇਖ ਵੇਖ ਸਾਰੇ ਬੜੇ ਹੈਰਾਨ ਹੁੰਦੇ ਆ ਵੀ ਬੜੀਏ ਸੇਧ ਨੂੰ ਜਾ ਰਹੀ, ਇੱਕੇ ਪਾਸੇ ਤੁਰੀ ਜਾਂਦੀ ਹੈ। ਕਿਤੇ ਹਰੇਖਾ ਉੱਚੋ ਕਰੈ। ਕਈ ਵਾਰੀ ਤਾਂ ਇਹ ਘੋੜੀ ਖੜ ਕੇ ਉੱਚੀ ਉੱਚੀ ਹਿਣਕਣ ਲੱਗ ਜਾਂਦੀ, ਮਾਨੋ ਮਹਾਰਾਜ ਨੂੰ ਆਵਾਜ਼ਾਂ ਮਾਰਦੀ ਹੈ। ਕਿਤ ਚੰਚਲਤਾ ਜਤ ਪਾਗ ਪਗ ਤੇ ਧਰੈ। ਕਈ ਵਾਰੀ ਬੜੀ ਤੇਜ਼ ਹੋ ਜਾਂਦੀ, ਬੜੀ ਚੰਚਲਤਾ ਸਹਿਤ ਪੈਰ ਧਰਦੀ ਹੈ, ਦੌੜਦੀ ਹੈ। ਕਿਤਕ ਦੂਰ ਤੇ ਕੋਸ਼ਠ ਦੇਖਾ। ਤੇ ਇਹ ਜਿਹੜਾ ਗਵਾਲਿਆਂ ਦਾ ਕੋਠਾ, ਇਹ ਘੋੜੀ ਤੁਰਦੀ ਤੁਰਦੀ ਤੇ ਬਾਸਰ ਕੇ ਨਗਰ ਦੇ ਕਹਿੰਦੇ ਲਾਗੇ ਪਹੁੰਚੀ। ਉੱਚੀ ਜਗ੍ਹਾ ਤੇ ਵੇਖ ਕੇ ਖੜ ਕੇ ਇਸ ਘੋੜੀ ਨੇ ਉਹ ਕੋਠਾ ਵੇਖਿਆ ਹੈ। ਥਿਤ ਹਵੈ ਉੱਚੋ ਕੀਨਹਿ ਰੇਖਾ। ਉੱਚੀ ਥਾਂ ਤੇ ਵੇਖ ਕੇ ਤੇ ਘੋੜੀ ਨੇ ਰੇਖਾ ਕਹੀ, ਜਿਵੇਂ ਪੈਰ ਨਾਲ ਮਿੱਟੀ ਪੱਟੀ ਹੈ। ਜਾਂ ਇਥੋਂ ਉੱਚੀ ਥਾਂ ਵੇਖ ਖੜ ਕੇ ਉਹ ਕੋਠਾ ਵੇਖਿਆ ਤੇ ਹਿਣਕੀ ਹੈ। ਬਹਰ ਅਗਾਰੀ ਕੀਨ ਪਿਆਨਾ। ਇਹ ਉੱਚੇ ਥਾਂ ਤੋਂ ਕੋਠਾ ਵੇਖ ਫਿਰ ਉਧਰ ਨੂੰ ਦੌੜੀ ਹੈ, ਤੁਰੀ ਹੈ। ਗਈ ਤਹਾਂ ਕੋਸ਼ਠ ਜਿਸ ਥਾਨਾ। ਇਹ ਘੋੜੀ ਤੁਰਦੀ ਤੁਰਦੀ ਸਾਧ ਸੰਗਤ ਜੀ ਉੱਥੇ ਪਹੁੰਚ ਗਈ ਜਿੱਥੇ ਉਹ ਗਵਾਲਿਆਂ ਦਾ ਕੋਠਾ ਹੈ, ਗੁਰੂ ਅਮਰਦਾਸ ਮਹਾਰਾਜ ਦੇ ਖੇਤ ਵਿੱਚ। ਦੂਰ ਦੂਰ ਫਿਰ ਚਾਹਾਂ ਦਿਸ਼ ਤਾਹੀ। ਦੂਰ ਦੂਰ ਚਾਰੇ ਪਾਸੇ ਫਿਰ ਕਰਕੇ ਪੁਨ ਦਰ ਦੇਸ਼ ਗਮਨੀ ਹੋਏ ਪਾਹੀ। ਭਾ ਪਹਿਲਾਂ ਉਹ ਕੋਠੇ ਦੇ ਚਾਰੇ ਪਾਸੇ ਪਰਿਕਰਮਾ ਕੀਤੀਆਂ ਇਸ ਘੋੜੀ ਨੇ, ਔਰ ਉਸ ਤੋਂ ਬਾਅਦ ਪਰਿਕਰਮਾ ਕਰਨ ਤੇ ਬਾਅਦ ਫਿਰ ਇਹ ਘੋੜੀ ਜਿਹੜੀ ਵਾ ਦਰਵਾਜ਼ੇ ਵਾਲੇ ਪਾਸੇ ਜਾ ਖਲੀ ਹੋਈ ਹੈ। ਤਹਾਂ ਪਹੁੰਚ ਕਰ ਸੀਸ ਝੁਕਾਵਾ। ਤੇ ਦਰਵਾਜ਼ੇ ਵੱਲ ਖੜ ਕੇ ਉਸ ਘੋੜੀ ਨੇ, ਜਿਵੇਂ ਆਪਾਂ ਮੱਥਾ ਟੇਕਦੇ ਆ, ਅੱਗੇ ਅਗਲੇ ਪੈਰ ਲਾ ਕਰਕੇ ਤੇ ਹੇਠਾਂ ਧਰਤੀ ਤੇ ਮੱਥਾ ਟੇਕਿਆ ਹੈ। ਪੁਨ ਉੱਚੇ ਹਿਹਨਾਟ ਸੁਨਾਵਾ। ਫਿਰ ਉੱਚੀ ਸਾਰੀ ਜਿਹੜੀ ਵਾ ਉਹ ਹਿਣਕੀ ਹੈ ਘੋੜੀ ਜੋ ਹੈ। ਸੰਗਤ ਦੇਖ ਦੇਖ ਬਿਸਮਾਵੈ। ਤੇ ਸਾਰੀ ਸੰਗਤ ਵੇਖ ਵੇਖ ਬਹੁਤ ਹੈਰਾਨ ਹੋ ਰਹੀ ਹੈ। ਇਹਾਂ ਨ ਸਤਿਗੁਰ ਕਹੂੰ ਦਿਸਾਵੈ। ਕਹਿੰਦੇ ਆ ਵੀ ਇੱਥੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਿਤੇ ਦਿਸ ਨਹੀਂ ਰਹੇ ਆ। ਬੜਵਾ ਨਹਿ ਅਬ ਆਗੇ ਜਾਵਤ। ਪਰ ਘੋੜੀ ਇਸ ਕੋਠੇ ਕੋਲ ਹੀ ਰੁਕ ਗਈ ਹੈ, ਅੱਗੇ ਨਹੀਂ ਜਾ ਰਹੀ। ਭਾਵ ਮਹਾਰਾਜ ਦਿਸਦੇ ਨਹੀਂ ਤੇ ਘੋੜੀ ਤਾਂ ਇੱਥੋਂ ਦਾ ਹੀ ਨਿਸ਼ਾਨ ਜਿਹਾ ਕਰ ਰਹੀ ਹੈ, ਇੱਥੇ ਹੀ ਖੜ ਗਈ ਹੈ, ਅੱਗੇ ਨਹੀਂ ਜਾ ਰਹੀ ਹੈ। ਜਨ ਲక్ష్ਮੀ ਇਤ ਬਿਸ਼ਨ ਬਤਾਵਤ। ਕਵੀ ਜੀ ਕਹਿੰਦੇ ਹੋ ਹੈ ਜਿਵੇਂ ਲక్ష్ਮੀ ਵਿਸ਼ਨੂੰ ਨੂੰ ਖੋਜ ਕੇ ਦੱਸਦੀ ਹੋਵੇ ਵੀ ਵਿਸ਼ਨੂੰ ਇੱਥੇ ਹਨ। ਰਾਜ ਸ਼੍ਰੀ ਪਰਹੂਤ ਖੁੰਜੰਤੀ। ਤੇ ਜਿਵੇਂ ਜਿਹੜੀ ਸਚੀ ਹੈ, ਸਚੀ ਜਿਹੜੀ ਇੰਦਰ ਦੀ ਖੋਜ ਕਰਕੇ ਦੱਸਦੀ ਹੋਵੇ। ਅਬ ਇਸ ਥਲ ਕੋ ਨਹੀਂ ਤਜੰਤੀ। ਉਸੇ ਤਰ੍ਹਾਂ ਇਹ ਘੋੜੀ ਜਿਹੜੀ ਹੈ ਉਹ ਥਾਂ ਨਹੀਂ ਛੱਡ ਰਹੀ, ਉਹ ਕੋਠੇ ਦੇ ਦੁਆਲੇ ਤੁਰੀ ਫਿਰਦੀ ਹੈ ਜਾਂ ਦਰਵਾਜ਼ੇ ਕੋਲ ਆ ਕਰਕੇ ਤੇ ਮੱਥਾ ਟੇਕਣ ਲੱਗ ਜਾਂਦੀ ਹੈ। ਵੇਖ ਬੁੱਢੇ ਸਭ ਕੋ ਸਮਝਾਇਓ। ਧੰਨ ਬਾਬਾ ਬੁੱਢਾ ਸਾਹਿਬ ਜੀ ਵੇਖਿਆ ਤੇ ਸਾਰੀ ਸੰਗਤ ਨੂੰ ਸਮਝਾਇਆ ਹੈ। ਇਹ ਕੋਠਾ ਕਿਸ ਕੋ ਬਣਵਾਇਓ। ਵੀ ਇਹ ਕੋਠਾ ਕਿਹਨੇ ਬਣਵਾਇਆ ਇੱਥੇ। ਹੁਣ ਬਾਬਾ ਬੁੱਢਾ ਸਾਹਿਬ ਜੀ ਤਾਂ ਜਾਣਦੇ ਸੀ ਵੀ ਇਹ ਤਾਂ ਮਹਾਰਾਜ ਦਾ, ਤੇ ਮਹਾਰਾਜੇ ਦੇ ਵਿੱਚ ਹੀ ਹੈ, ਕਿਉਂਕਿ ਬਾਬਾ ਬੁੱਢਾ ਸਾਹਿਬ ਦੀਆਂ ਤਾਂ ਕਥੂ ਨੰਗਲ ਬੈਠਿਆਂ ਹੀ ਵੇਖ ਲਿਆ ਸੀ ਵੀ ਗੁਰੂ ਅਮਰਦਾਸ ਜੀ ਮਹਾਰਾਜ ਬਾਸਰ ਕੇ ਹਨ।
ਵੈਸੇ ਹੀ ਬਸ ਆਪਦਾ ਆਪ ਛਪਾਉਣ ਵਾਸਤੇ ਕਹਿੰਦੇ ਭਾਈ ਆ ਕੋਠਾ ਇੱਥੇ ਬਾਰ-ਬਾਰ ਕਿੰਨੇ ਬਣਵਾਇਆ, ਕਿਹਦਾ ਕੋਠਾ ਕਮਰਾ ਹੈ? ਦਰ ਦੇਖਾ ਨਹਿ ਪਈਅਤ ਯਾਹੀ। ਤੇ ਅਸਚਰਜ ਕੋਠਾ ਕਮਰਾ ਹੈ ਵੀ, ਇਹਦਾ ਕੋਈ ਦਰਵਾਜ਼ਾ ਵੀ ਨਹੀਂ ਹੈ। ਮਹਾਰਾਜ ਨੇ ਉਹ ਛਿਣਵਾ ਦਿੱਤਾ ਸੀ ਨਾ ਦਰਵਾਜ਼ਾ। ਤੇ ਬਾਬਾ ਬੁੱਢਾ ਜੀ ਕਹਿੰਦੇ ਵੀ ਇਹਦਾ ਕੋਈ ਕਿਸੇ ਪਾਸੇ ਦਰਵਾਜ਼ਾ ਨਹੀਂ ਦਿਸਦਾ ਹੈ। ਬੜਵਾ ਰਹੀ ਸਥਿਰ ਹੋਏ ਪਾਹੀ। ਪਰ ਜਿਹੜੀ ਇਹ ਘੋੜੀ ਹੈ ਇਸੇ ਦਰਵਾਜ਼ੇ ਦੇ ਅੱਗੇ ਜਾਂ ਇਸੇ ਹੀ ਕਮਰੇ ਦੇ ਪਾਸ ਮੱਟ ਦੇ ਕੋਲ ਗੇੜੇ ਕੱਢ ਰਹੀ ਹੈ। ਪ੍ਰਥਮ ਪ੍ਰਕਰਮਾ ਇਸ ਕੀ ਕਰੀ। ਇਹਨੇ ਪਹਿਲਾਂ ਤੇ ਇਹਦੀ ਪਰਿਕਰਮਾ ਕੀਤੀ ਹੈ। ਦੂਰ ਦੂਰ ਜਹਾਂ ਦਿਸ਼ ਮਹਿ ਫਿਰੀ। ਤੇ ਫਿਰ ਚਾਰੇ ਪਾਸੇ ਦੂਰ ਦੂਰ ਤੱਕ ਫਿਰ ਕੇ ਆਈ ਇਹ ਘੋੜੀ ਜੋ ਹੈ। ਸੀਸ ਝੁਕਾਏ ਬੰਦਨਾ ਠਾਨੀ। ਫਿਰ ਇਸ ਘੋੜੀ ਨੇ ਮੁੜ ਕੇ ਫਿਰ ਇਸ ਕੋਠੇ ਪਾਸ ਆ ਕੇ ਹੀ ਸਿਰ ਝੁਕਾ ਕੇ ਪੌੜ ਲਾ ਕੇ ਪਰਿਕਰਮਾ ਕਰਨ ਤੋਂ ਬਾਅਦ ਮੱਥਾ ਟੇਕਿਆ। ਛਿਰ ਅਬ ਰਹੀ ਗੁਰੂ ਇਸ ਥਾਨੀ। ਤੇ ਹੁਣ ਇੱਥੇ ਹੀ ਟਿਕ ਗਈ ਹੈ। ਤੇ ਬਾਬਾ ਜੀ ਕਹਿੰਦੇ ਸੰਗਤ ਜੀ ਮਾਨੋ ਨਾ ਹੋਵੇ, ਗੁਰੂ ਅਮਰਦਾਸ ਜੀ ਇੱਥੇ ਹੀ ਹਨ। ਤਬ ਕੋਸ਼ਟ ਕੇ ਜਹਾਂ ਦਿਸ਼ ਫਿਰਿਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਕਮਰੇ ਦੀਆਂ ਪਰਿਕਰਮਾ ਕੀਤੀਆਂ, ਚੌਂ ਪਾਸੇ ਫਿਰੇ ਆ। ਦਰ ਕੋ ਥਰਿਓ ਨਿਹਾਰਨ ਕਰਿਓ। ਤੇ ਫਿਰ ਵੇਖਦੇ ਵੇਖਦੇ ਉਹ ਦਰਵਾਜ਼ੇ ਵਾਲੇ ਪਾਸੇ ਆ ਖੜੇ ਹੋਏ ਆ। ਅੱਖਰ ਲਿਖਿਆ ਦੇਖ ਕਰਤ ਕਹਿਓ। ਤੁਮ ਬਾਬਾ ਬੁੱਢਾ ਸਾਹਿਬ ਨੀਆਂ ਜਿਹੜੇ ਮਹਾਰਾਜ ਨੇ ਉਹ ਲਿਖਿਆ ਸੀ ਨਾ ਵੀ ਇਹ ਜਿਹੜਾ ਖੋਲੇਗਾ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨੂੰ ਜਿਹੜਾ ਦਰਵਾਜ਼ਾ ਖੋਲੇਗਾ, ਉਹ ਲਿਖੇ ਹੋਏ ਅੱਖਰ ਬਾਬਾ ਬੁੱਢਾ ਸਾਹਿਬ ਦੀਆਂ ਵੇਖੇ ਆ। ਸਭ ਆਵਹ ਇੱਕ ਪਤਾ ਸੁਲਹਿਓ। ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਧ ਸੰਗਤ ਜੀ ਆਓ, ਆ ਵੇਖੋ ਪਤਾ ਚੱਲ ਗਿਆ ਮਹਾਰਾਜ ਦੀ ਬਾਬਤ। ਗੁਰੂ ਹਾਥ ਕੀ ਲਿਖਤ ਦਿਖੀ ਜਹ। ਅਸੀਂ ਜਾਣਿਆ ਵੀ ਜਿਹੜੀ ਲਿਖਾਈ ਹੈ ਨਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੱਥ ਦੀ ਹੈ। ਮੈਂ ਅਬ ਪਠਿਆ ਸਰਬ ਸੁਨੀਜ ਹੈ। ਤੇ ਅਸੀਂ ਹੁਣ ਪੜ੍ਹਦੇ ਆਂ ਵੀ ਗੁਰੂ ਅਮਰਦਾਸ ਜੀਆਂ ਕੀ ਲਿਖਿਆ, ਤੇ ਤੁਸੀਂ ਸਾਰੀ ਸੰਗਤ ਸੁਣਨਾ ਕਰੋ। ਗਏ ਤਾਏ ਤਿਸ ਦੇਖਿਓ ਜਾਏ। ਸਾਰੀਆਂ ਸੰਗਤਾਂ ਗਈਆਂ ਬਾਬਾ ਬੁੱਢਾ ਸਾਹਿਬ ਜੀ ਵਾਲੇ ਪਾਸੇ ਦਰਵਾਜ਼ੇ ਤੇ ਉੱਥੇ ਖੜ ਕੇ ਵੇਖਣ ਸੁਣਨ ਵਾਸਤੇ ਪਹੁੰਚੀਆਂ ਹਨ। ਪਾਠ ਅੱਖਰ ਸੋ ਬ੍ਰਿਧ ਸੁਨਾਏ। ਤੇ ਬਾਬਾ ਬੁੱਢਾ ਸਾਹਿਬ ਦੀਆਂ ਸਾਰੇ ਅੱਖਰ ਪੜ੍ਹ ਕੇ ਸੰਗਤ ਨੂੰ ਸੁਣਾਏ ਆ। ਆਏ ਇਹਾਂ ਦਰਪਾਰ ਹੈ ਜੋ। ਤੇ ਕਹਿੰਦੇ ਆ ਵੀ ਮਹਾਰਾਜ ਨੇ ਇਹ ਲਿਖਿਆ ਵੀ ਜਿਹੜਾ ਇੱਥੇ ਆ ਕੇ ਔਰ ਇਹ ਦਰਵਾਜ਼ਾ ਖੋਲਣਾ ਕਰੇਗਾ, ਹਮ ਨਹਿ ਗੁਰੂ ਸਿੱਖ ਨਹਿ ਸੋ। ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਤੇ ਉਹ ਸਾਡਾ ਸਿੱਖ ਨਹੀਂ ਹੋਵੇਗਾ। ਹਲਤ ਪਲਤ ਮਹਿ ਨਹੀਂ ਸਹਾਈ। ਤੇ ਅਸੀਂ ਨਾ ਉਹਦੇ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਉਹਦੀ ਸਹਾਇਤਾ ਨਹੀਂ ਕਰਾਂਗੇ ਜਿਹੜਾ ਦਰਵਾਜ਼ਾ ਖੋਲੇਗਾ। ਜੋ ਆਇਸ ਕੋ ਦੇਹ ਮਿਟਾਈ। ਤੇ ਜਿੰਨੇ ਸਾਡੀ ਆਗਿਆ ਨਾ ਮੰਨੀ ਅਸੀਂ ਉਹਦੇ ਕੁਝ ਨਹੀਂ ਲੱਗਦੇ ਹਾਂ, ਨਾ ਉਹਦੀ ਰੱਖਿਆ ਕਰਾਂਗੇ ਕਦੇ। ਸੁਣ ਸੰਗਤ ਸਗਰੀ ਬਿਸਮਾਨੀ। ਤੇ ਸੰਗਤ ਹੁਣ ਸੁਣ ਕੇ ਬੜੀ ਹੈਰਾਨ ਹੁੰਦੀ ਹੈ ਵੀ ਹੁਣ ਕੀ ਕਰੀਏ, ਵੀ ਅੰਦਰ ਹੁਕਮ ਹੈ। ਸੰਗਤ ਸੁਣ ਕੇ ਬੜੀ ਹੈਰਾਨ ਹੋਈ ਹੈ। ਕਿਮ ਹੋ ਕਹੀ ਜਾਏ ਨਹਿ ਬਾਨੀ। ਤੇ ਹੁਣ ਕਿਸੇ ਤਰ੍ਹਾਂ ਕੋਈ ਗੱਲ ਵੀ ਨਹੀਂ ਕਹੀ ਜਾ ਸਕਦੀ ਹੈ। ਆਨ ਗੁਰੂ ਕੀ ਉਲੰਘ ਨ ਸਕਈ। ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਜਿਹੜੀ ਆਗਿਆ ਜਿਹੜਾ ਹੁਕਮ ਹੈ ਉਹਦੀ ਉਲੰਘਣਾ ਕੋਈ ਸਿੱਖ ਨਹੀਂ ਕਰ ਸਕਦਾ। ਕੌਣ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖ ਵਾਕ ਨੂੰ ਮੁਖੋਂ ਨਿਕਲੇ ਹੋਏ ਹੁਕਮ ਨੂੰ ਮੋੜੇ? ਦਰਵਾਜ਼ਾ ਹੁਣ ਕੌਣ? ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਂਦੇ ਆ ਖੜੇ ਹੋਏ ਵੀ ਹੁਣ ਕੀ ਕੀਤਾ ਜਾਵੇ। ਜਾਨੀ ਜਾਏ ਜੁਗਤ ਨਹਿ ਕੋਈ। ਕੋਈ ਰਾਹ ਨਹੀਂ ਲੱਭ ਰਿਹਾ ਵੀ ਦਰਵਾਜ਼ਾ ਖੋਲਦੇ ਆ ਤੇ ਮਹਾਰਾਜ ਦਾ ਬਚਨ ਨਹੀਂ ਰਹਿਣਾਗਾ, ਪਾਲਿਆ ਨਹੀਂ ਜਾਣਾ, ਵਗਿਆ ਹੋਵੇਗੀ, ਕੀ ਕਰੀਏ? ਇਸ ਪ੍ਰਕਾਰ ਕੋਈ ਵਿਧੀ ਲੱਭਦੇ ਪਰ ਕੋਈ ਹੋਰ ਰਸਤਾ ਨਹੀਂ ਲੱਭ ਰਿਹਾ। ਜਿਸ ਤੇ ਦਰਸ ਗੁਰੂ ਕਹ ਹੋਈ। ਜਿਸ ਰਸਤੇ ਦੇ ਨਾਲ ਜਾਂ ਕੋਈ ਇਹੋ ਜਿਹਾ ਢੰਗ ਤਰੀਕਾ ਹੋਵੇ ਵੀ ਮਹਾਰਾਜ ਦਾ ਬਚਨ ਵੀ ਨਾ ਟੁੱਟੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਵੀ ਹੋ ਜਾਣ। ਚਿੰਤ ਮਾਨ ਹੈ ਕਰ ਤਬ ਸਾਰੇ। ਸਾਰੇ ਚਿੰਤਾ ਦੇ ਨਾਲ ਗਰਾਸੇ ਹੋਏ ਬੜੇ ਚਿੰਤਿਤ ਹੋ ਰਹੇ ਆ। ਸ਼ਰਨ ਬ੍ਰਿਧ ਕੀ ਬਾਕ ਉਚਾਰੇ। ਪਰ ਸਾਰੇ ਜਾਣਦੇ ਵੀ ਬਾਬਾ ਬੁੱਢਾ ਸਾਹਿਬ ਜੀ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਗੇ। ਤੇ ਸਾਰੀਆਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਆਸਰਾ ਤੱਕਿਆ ਹੈ। ਇਹ ਕਾਤਕ ਸਭ ਆਪ ਦਿਖਾਏ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਹੁਣ ਸਾਨੂੰ ਕੀ ਪਤਾ ਸੀ ਵੀ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਬਾਸਰ ਕੇ ਛੁਪੇ ਹੋਏ ਆ। ਇਥੋਂ ਤੀਕਰ ਜੇ ਕੋਈ ਲੈ ਕੇ ਆਇਆ ਤੇ ਤੁਸੀਂ ਹੋ, ਭਾਵੇਂ ਆ ਘੋੜੀ ਤਾਂ ਸਾਨੂੰ ਵੀ ਪਤਾ ਸੀ ਵੀ ਘੋੜੀ ਇੱਥੇ ਹੈ ਮਹਾਰਾਜ ਦੀ, ਪਰ ਘੋੜੀ ਵਾਲਾ ਪ੍ਰਸੰਗ ਜਿਹੜੀ ਵਿਧੀ ਵਿਉਂਤ ਬਣਾਈ ਬਾਬਾ ਜੀ ਤੁਹਾਡੀ ਹੈ।
ਇਥੋਂ ਤੀਕਰ ਸਾਨੂੰ ਮਹਾਰਾਜ ਤੀਕਰ ਤੁਸੀਂ ਲੈ ਕੇ ਆਏ ਹੋ। ਤੁਮ ਬਿਨ ਕਿਸ ਤੇ ਹਵੈ ਨ ਉਪਾਏ। ਤੇ ਆ ਜਿਹੜਾ ਹੁਣ ਕੰਮ ਬਣਿਆ ਨਾ, ਵੀ ਦਰਵਾਜ਼ਾ ਵੀ ਨਹੀਂ ਖੋਲ ਸਕਦੇ, ਤੇ ਹੁਣ ਕੀ ਕਰੀਏ ਦੱਸੋ? ਇਹ ਤੁਹਾਡੇ ਬਿਨਾ ਇਹਦਾ ਕੋਈ ਹੱਲ ਨਹੀਂ ਕੱਢ ਸਕਦਾ ਹੈ। ਸਭ ਸੰਗਤ ਪਰ ਕਰ ਨਾ ਤੇ ਕਰੀਏ। ਆਪ ਕਰੋ ਕਿਰਪਾ, ਦਰਸ਼ਨ ਕਰਵਾਓ ਸਾਰੀ ਸੰਗਤ ਦੇ ਉੱਪਰ, ਆਪ ਕਿਰਪਾ ਕਰੋ ਜੀ, ਦਇਆ ਕਰੋ। ਆਪ ਜਤਨ ਕਰ ਗੁਰੂ ਦਿਖਰੀਏ। ਤੇ ਆਪ ਕੋਈ ਕਰੋ ਹੀਲਾ ਕੋ ਯਤਨ ਕਰੋ, ਤੇ ਸਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਵਾ ਦੇਵੋ। ਸੁਣ ਵਿਚਾਰ ਬੁੱਢੇ ਤਬ ਕੀਨਸ। ਸੰਗਤਾਂ ਦੀ ਬੇਨਤੀ ਸੁਣੀ ਤੇ ਬਾਬਾ ਬੁੱਢਾ ਸਾਹਿਬ ਜੀ ਮਨ ਵਿੱਚ ਵਿਚਾਰ ਕੀਤਾ ਹੈ। ਸਿੱਖਣ ਪਰ ਕਰਨਾ ਰਸ ਪੀਨਸ। ਤੇ ਸਿੱਖਾਂ ਉੱਪਰ ਕਿਰਪਾ ਦੇ ਰਸ ਨਾਲ ਭਿੱਜੇ ਹੋਏ ਆ ਬਾਬਾ ਜੀ। ਚਿਤ ਵਿਉ ਗੁਰ ਨੇ ਬਚਨ ਉਚਾਰਾ। ਤੇ ਮਨ ਵਿੱਚ ਇਹ ਬਾਬਾ ਬੁੱਢਾ ਸਾਹਿਬ ਜੀ ਚਿਤਵਦੇ ਆ ਵੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਜਿਹੜਾ ਬਚਨ ਕੀਤਾ ਹੈ, ਹੋਏ ਦੋਸ਼ ਜੇ ਖੋਲਹਿ ਦੁਆਰਾ। ਵੀ ਸਾਡਾ ਦਰਵਾਜ਼ਾ ਜੇ ਕੋਈ ਖੋਲੇਗਾ ਤੇ ਉਹ ਅਸੀਂ ਉਹਦੇ ਗੁਰੂ ਨਹੀਂ, ਤੇ ਉਹ ਸਾਡਾ ਸਿੱਖ ਨਹੀਂ, ਤੇ ਨਾ ਉਹਦੇ ਅਸੀਂ ਲੋਕ ਪਰਲੋਕ ਵਿੱਚ ਰੱਖਿਅਕ ਹੋਵਾਂਗੇ। ਇਹ ਮਹਾਰਾਜ ਨੇ ਜਿਹੜਾ ਬਚਨ ਕੀਤਾ। ਤੇ ਬਾਬਾ ਜੀ ਵਿਚਾਰਦੇ ਆ ਵੀ ਇਹ ਤਾਂ ਬਚਨ ਤਾਂ ਹੀ ਭੰਨਾਂਗੇ ਨਾ, ਬਚਨ ਦੀ ਅਵਗਿਆ ਦਾ ਦੋਸ਼ ਤਾਂ ਹੀ ਲੱਗੇਗਾ ਜੇ ਬੂਹਾ ਖੋਲਾਂਗੇ ਤਾਂ। ਅਪਰ ਥਾਨ ਕੋ ਪਾਰਨ ਕਰਾਂ। ਤੇ ਕਰਦੇ ਹੀ ਆਏ ਆ, ਵਿਚਾਰ ਕੀਤੀ ਮਨ ਵਿੱਚ ਵੀ ਆਪਾਂ ਦਰਵਾਜ਼ਾ ਖੋਲਦੇ ਨਹੀਂ, ਕਿਸੇ ਹੋਰ ਪਾਸਿਓਂ ਕੰਧ ਪਾੜ ਲੈਂਦੇ ਹਾਂ, ਤਹਾਂ ਨਹੀਂ ਇਹ ਦੋਸ਼ ਨਿਹਰਾ। ਤੇ ਉਥੇ ਫਿਰ ਇਹ ਦੋਸ਼ ਨਹੀਂ ਲੱਗੇਗਾ, ਕਿਉਂਕਿ ਮਹਾਰਾਜ ਨੇ ਹੁਕਮ ਵਿੱਚ ਇਕੱਲੇ ਦਰਵਾਜ਼ੇ ਦੀ ਗੱਲ ਕੀਤੀ ਹੈ ਵੀ ਕੋਈ ਦਰਵਾਜ਼ਾ ਨਾ ਖੋਲੇ। ਤੇ ਜੇ ਕੰਧ ਪਾੜ ਲਈਏ ਤੇ ਉਥੇ ਤਾਂ ਇਹ ਮਹਾਰਾਜ ਦਾ ਬਚਨ ਨਹੀਂ ਲਾਗੂ ਹੋਵੇਗਾ। ਦਰਸ਼ਨ ਕਰ ਕੇ ਬਿਨਤੀ ਠੰਨ ਹੈ। ਤੇ ਇਉਂ ਦਰਸ਼ਨ ਕਰਾਂਗੇ। ਬਾਕੀ ਜਦੋਂ ਮਹਾਰਾਜ ਦੇ ਪਾੜ ਪਾ ਲਈਏ ਕੰਧ ਵਿੱਚ, ਜਦੋਂ ਮਹਾਰਾਜ ਦੇ ਦਰਸ਼ਨ ਹੋਣਗੇ ਫਿਰ ਬੇਨਤੀ ਕਰ ਲਵਾਂਗੇ। ਸਭ ਅਪਰਾਧ ਸਿਮਹਿ ਹਿਤ ਜਨ ਹੈ। ਵੀ ਮਹਾਰਾਜ ਨੂੰ ਕਵਾਂਗੇ ਮਾਰੇ ਪ੍ਰੇਮ ਕਰਕੇ ਅਸੀਂ ਤਾਂ ਇਹ ਵੀ ਕੀਤਾ, ਵੀ ਜੇ ਵਗਿਆ ਹੋ ਵੀ ਗਈ ਤੇ ਮਹਾਰਾਜ ਤਾਂ ਬਖਸ਼ਣ ਵਾਲੇ ਆ। ਦਰਸ਼ਨ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬੇਨਤੀ ਕਰ ਦੇਵਾਂਗੇ, ਮਹਾਰਾਜ ਪ੍ਰੇਮ ਦੇ ਬੱਧਿਆਂ ਤੋਂ ਸਾਥੋਂ ਰਿਹਾ ਨਹੀਂ ਗਿਆ ਤੇ ਸਾਨੂੰ ਬਖਸ਼ ਦੇਵੋ। ਹਿਰਦੈ ਧਿਆਨ ਧਰ ਬੰਦ ਸਕੀਨਸ। ਇਉਂ ਬਾਬਾ ਬੁੱਢਾ ਸਾਹਿਬ ਨੇ ਵਿਚਾਰ ਕੀਤਾ ਵੀ ਕੰਧ ਨੂੰ ਪਾੜ ਲਾ ਲਈਏ। ਅੱਖਾਂ ਬੰਦ ਕੀਤੀਆਂ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਧਿਆਨ ਧਰਿਆ ਤੇ ਧਰਤੀ ਤੇ ਮੱਥਾ ਟੇਕ ਦਿੱਤਾ। ਕੋਸ਼ਟ ਕੋ ਪਿਛਲੀ ਦਿਸ਼ ਚੀਨਸ। ਤੇ ਉਹ ਕੋਠਾ ਜਿਹੜਾ ਹੈ ਉਹਦੇ ਮਗਰਲੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਜਾ ਪਹੁੰਚੇ ਆ। ਤਹਾਂ ਜਾਏ ਕਰ ਈਂਟ ਉਖੇਰੀ। ਤੇ ਜਾ ਬਾਬਾ ਬੁੱਢਾ ਸਾਹਿਬ ਜੀ ਉਹ ਕੋਠੇ ਦੇ ਮਗਰਲੇ ਪਾਸੋਂ ਇੱਟਾਂ ਕੱਢੀਆਂ, ਢੇੜ ਦਿੱਤੀਆਂ ਹਨ। ਤੀਛਨ ਲੋਹ ਸੰਗ ਤਿਸ ਬੇਰੀ। ਉਹ ਸੱਬਲ ਜੀ ਮੰਗਵਾ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਤੇ ਇੱਟਾਂ ਮਾਰ ਮਾਰ ਕੰਧ ਨੂੰ ਤੇ ਪਾੜ ਪਾ ਦਿੱਤਾ, ਸੰਨ ਲਾਇਆ ਹੈ। ਗਰੀ ਕਰੀ ਤਹ ਪ੍ਰਸ਼ਨ ਜੇਤੀ। ਉਥੋਂ ਪਿਛਲੇ ਪਾਸਿਓਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਉਹ ਲੰਘਣ ਜੋਗਾ ਗਲਾ ਬਣਾ ਦਿੱਤਾ ਹੈ। ਸੰਗਤ ਦੇਖਤ ਅਜਰਜ ਸੇਤੀ। ਤੇ ਸੰਗਤ ਬਹੁਤ ਹੈਰਾਨ ਹੋ ਰਹੀ ਹੈ, ਵੇਖ ਵੇਖ ਵੀ ਐਡੀ ਤਰਕੀਬ ਕਿਹਦੇ ਪਾਸ ਹੈ, ਐਡਾ ਨਹੀਂ ਕੋਈ ਸਿਆਣਾ ਹੋ ਸਕਦਾ। ਪਸ਼ਚਮ ਦਿਸ਼ ਮਹਿ ਕੋਸ਼ਟ ਦੁਆਰਾ। ਉਹ ਕਵੀ ਜੀ ਕਹਿੰਦੇ ਉਹ ਜਿਹੜਾ ਕੋਠਾ ਹੈ ਨਾ ਉਹਦੇ ਪਿਛਲੇ ਪਾਸਿਓਂ ਫਿਰ ਬਾਬਾ ਬੁੱਢਾ ਸਾਹਿਬ ਜੀਆਂ ਨੇ, ਕਿਉਂਕਿ ਉਹਦਾ ਦਰਵਾਜ਼ਾ ਕੋਠੇ ਦਾ ਹੈ ਲਹਿੰਦੇ ਵਾਲੇ ਪਾਸੇ ਪੱਛਮ ਨੂੰ, ਪੱਛਮ ਨੂੰ ਉਸ ਕਮਰੇ ਦਾ ਦਰਵਾਜ਼ਾ ਹੈ। ਪੂਰਬ ਦਿਸ਼ਾ ਪਾਰ ਕੋ ਪਾਰਾ। ਤੇ ਬਾਬਾ ਬੁੱਢਾ ਸਾਹਿਬ ਜੀ ਮਗਰਲੇ ਪਾਸੇ ਉਹ ਪਾੜ। ਹੁਣ ਵੀ ਜਦੋਂ ਜਾਈਏ ਬਾਸਰ ਕੇ ਨਗਰ ਦੇ ਬਾਰ-ਬਾਰ ਸਾਧ ਸੰਗਤ ਜੀ ਸੰਨ ਸਾਹਿਬ ਸਥਾਨ ਹੈ, ਉਹ ਪਾਵਨ ਸਥਾਨ ਉਸੇ ਤਰ੍ਹਾਂ ਹੀ ਉਹ ਪ੍ਰਕਾਸ਼ ਹੈ, ਉਸੇ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜਿੱਥੇ ਕਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੁਭਾਏਮਾਨ ਹੋਏ। ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਹ ਲਹਿੰਦੇ ਵਾਲੇ ਪਾਸੇ ਨੂੰ ਹੈ ਦਰਵਾਜ਼ਾ, ਤੇ ਸੰਨ ਸਾਹਿਬ ਦਾ ਉਹ ਪਾਵਨ ਸਥਾਨ ਜਿਹੜਾ ਮਹਾਰਾਜ ਬਾਬਾ ਬੁੱਢਾ ਸਾਹਿਬ ਜੀਆਂ ਲਾਇਆ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਗਰਲੇ ਪਾਸੇ ਰਹਿ ਜਾਂਦਾ ਹੈ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਿਛਲੇ ਪਾਸਿਓਂ ਉਹ ਚੜ੍ਹਦੇ ਵਾਲੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਉਹ ਪਾੜ ਲਾਇਆ ਹੈ। ਅੰਤਰ ਧੀਰਜ ਧਾਰ ਪ੍ਰਵੇਸ਼ਾ। ਧੀਰਜ ਜਿਹਾ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਕੱਲੇ ਅੰਦਰ ਵੜੇ ਆ। ਵਿਖੇ ਗੁਰੂ ਤਬ ਮਨਹ ਮਹੇਸ਼ਾ। ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕੀਤੇ ਬਾਬਾ ਜੀਆਂ, ਮਾਨੋ ਜਿਵੇਂ ਮਹੇਸ਼ ਕੋਈ ਸ਼ਿਵ ਬੈਠਾ ਕਲਿਆਣ ਸਰੂਪ ਹੋਵੇ। ਆਸਣ ਲਾਏ ਸਮਾਧ ਅਗਾਧਾ। ਅਗਾਧ ਪਰਮੇਸ਼ਰ ਵਿੱਚ ਜਾਂ ਬੜੀ ਡੂੰਗੀ ਸਮਾਧੀ ਲੀਨ ਹਨ, ਨਿਰਵਿਕਲਪ ਸਮਾਧੀ ਵਿੱਚ ਹਨ
ਗੁਰੂ ਅਮਰਦਾਸ ਜੀ। ਬ੍ਰਹਮ ਰੂਪ ਇੱਕ ਅਚਲ ਅਬਾਧਾ ਜਿਹੜਾ ਬ੍ਰਹਮ ਸਰੂਪ ਹੈ, ਵਿਆਪਕ ਸਰੂਪ ਹੈ, ਚਲਾਇਮਾਨ ਤੋਂ ਰਹਿਤ ਹੈ ਤੇ ਬੜਾ ਗਹਿਰ ਗੰਭੀਰ ਹੈ। ਅੰਗ ਅਡੋਲ ਟਿਕੇ ਜਗ ਸੁਆਮੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਕੋਈ ਅੰਗ ਨਹੀਂ ਹਿਲ ਰਿਹਾ। ਇਥੋਂ ਤੀਕਰ ਕਿ ਅੱਖਾਂ ਦੀ ਪੁਤਲੀ ਵੀ ਕੋਈ ਚੰਚਲਤਾਈ ਨਹੀਂ ਕਰ ਰਹੀ। ਐਨ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਅੰਗਾਂ ਨੂੰ ਸਥਿਰ ਕਰ ਬੈਠੇ ਆ। ਕੋਟ ਬਰਖ ਜਿਮ ਸ਼ਿਵ ਨਿਸ਼ਕਾਮੀ ਜਿਵੇਂ ਉਹ ਸ਼ਿਵ ਭਗਵਾਨ ਜਿਹੜੇ ਕਰੋੜਾਂ ਸਾਲਾਂ ਤੱਕ ਸਮਾਧੀ ਲਾ ਕੇ ਬਹਿੰਦੇ, ਨਿਸ਼ਕਾਮ ਸਮਾਧੀ। ਪਦ ਅਰਬਿੰਦ ਬੰਦਨਾ ਧਾਰੀ ਤੋ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਕਮਲਾਂ ਤੇ ਬਾਬਾ ਬੁੱਢਾ ਸਾਹਿਬ ਜੀਆਂ ਅੱਗੋਂ ਹੋ ਨਮਸਕਾਰ ਕੀਤੀ ਹੈ। ਕਰਸ਼ ਪਰਸ਼ ਕਰ ਥਿਰਿਓ ਅਗਾਰੀ ਔਰ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਕੀਤਾ ਅੱਗੇ ਹੋ ਕਰਕੇ। ਸ਼ੁਭਤਨ ਹਾਥ ਸਮਾਧ ਵਿਰਾਮ ਜਦੋਂ ਹੀ ਬਾਬਾ ਬੁੱਢਾ ਸਾਹਿਬ ਜੀਆਂ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ ਤੇ ਗਰੀਬ ਨਵਾਜ ਸਮਾਧੀ ਤੋਂ ਉਥਾਨ ਹੋਏ ਆ। ਖੁੱਲੀ ਹੈ ਸਮਾਧੀ। ਖੁੱਲੇ ਬਿਲੋਚਨ ਕਿਰਪਾ ਸੁਧਾਮ ਗੁਰੂ ਅਮਰਦਾਸ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੇ ਨੇਤਰ ਖੁੱਲੇ।